आइए प्रार्थना करांगे। स्वर्गीय पिता, तेरा वचन सीख ले जा रहे हैं, साडी मदद करो अपने वचन को खोल के यीशु मसीह दे। आइए होशिया की किताब 8 दे 12 वचन पढ़ो। मैं उसਦੇ ਲਈ ਆਪਣੀ ਵਿਵਸਥਾ ਤੋਂ ਹਜ਼ਾਰਾਂ ਗੱਲਾਂ ਲਿਖੀਆਂ, ਪਰ ਉਹ ਓਪਰੀਆਂ ਜਿਹੀਆਂ ਸਮਝੀਆਂ ਗਈਆਂ। इधर ਅਸੀਂ ਪ੍ਰਭੂ ਦੇ ਵਚਨਾਂ ਦੇ ਵਿੱਚ ਪੜਿਆ ਕਿ ਪਰਮੇਸ਼ਰ ਦਾ ਵਚਨ ਜਿਹੜਾ ਆ ਉਹ ਪਰਮੇਸ਼ਰ ਨੇ ਮਨੁੱਖ ਦੇ ਲਈ ਲਿਖ ਕੇ ਦਿੱਤਾ। ਜਦੋਂ ਲਿਖ ਕੇ ਦਿੱਤਾ ਆ ਮਨੁੱਖ ਨੂੰ, उस वचन की कोई समझ नहीं लगती। क्यों नहीं लगती? क्योंकि कोई आम किताब नहीं है। ये परमेश्वर का वचन है। इनू समझना है ते असी अपने आप कभी नहीं समझ सकते। ये कोई आम बुक नहीं है कि जिंदी सानू समझ लग जाए। ये परमेश्वर का वचन है। लिखिया है कि सानू किवें पता लगता है कि बाइबल परमेश्वर का वचन है। बाइबल परमेश्वर का वचन साडे लई कितनियां गल्लां लिख के दित्तियां। फिर भी सानू इहदी समझ नहीं आउंदी। समझ क्यों नहीं आउंदी? आइए असीं पढ़ांगे यूहन्ना दी इंजील ओदा 12 दे ते 40 वचन पढ़ांगे। यूहन्ना दी इंजील 12 दे ते 40 वचन। ਉਸ ਨੇ ਉਹਨਾਂ ਦੀਆਂ ਅੱਖਾਂ ਅੰਨੀਆਂ ਕਰ ਦਿੱਤੀਆਂ ਅਤੇ ਉਹਨਾਂ ਦਾ ਦਿਲ ਕਠੋਰ ਕੀਤਾ ਹੈ, ਮਤੇ ਉਹ ਅੱਖਾਂ ਨਾਲ ਵੇਖਣ ਅਤੇ ਮਨ ਨਾਲ ਸਮਝਣ ਔਰ ਮੁੜ ਆਉਣ। बस इधर लिखिया ਉਹਨੇ ਉਹਨਾਂ ਦੀਆਂ ਅੱਖਾਂ ਅੰਨੀਆਂ ਕਰ ਦਿੱਤੀਆਂ। ਕਿੰਨਾਂ ਦੀਆਂ? ਜਿਨ੍ਹਾਂ ਨੂੰ ਪ੍ਰਭੂ ਨੇ ਵਚਨ ਸਿੱਖਣ ਲਈ ਮੌਕਾ ਦਿੱਤਾ, ਪਰ ਉਹਨਾਂ ਨੇ ਉਸ ਵਚਨ ਨੂੰ ਨਾ ਉਸ ਵਚਨ ਦੀ ਗੰਭੀਰਤਾ ਨੂੰ ਚੰਗੀ ਤਰ੍ਹਾਂ ਸਮਝਿਆ। ਨਾ ਸਮਝਣ ਦੇ ਕਾਰਨ ਪਰਮੇਸ਼ਰ ਦੇ ਵਚਨ 'ਚ ਲਿਖਿਆ ਕਿ ਜੇ ਉਹ ਪ੍ਰਗਟ ਕਰਕੇ ਨਾ ਦੇਵੇ, ਜੇ ਉਹ ਸਾਨੂੰ ਖੋਲ ਕੇ ਨਾ ਦੇਵੇ ਤੇ ਅਸੀਂ ਕਦੀ ਵੀ ਪਰਮੇਸ਼ਰ ਨੂੰ ਜਾਣ ਨਹੀਂ ਸਕਦੇ। ਪਰਮੇਸ਼ਰ ਨੂੰ ਜਾਣਨਾ ਹੈ ਤੇ ਉਹਦੇ ਵਚਨ ਤੋਂ ਹੀ ਜਾਣ ਸਕਦੇ ਹਾਂ। ਔਰ ਉਸ ਤਰ੍ਹਾਂ ਕੋਈ ਤਰੀਕਾ ਨਹੀਂ ਹੈਗਾ ਕਿ ਪਰਮੇਸ਼ਰ ਜਿਹੜਾ ਆ ਉਹਦੇ ਬਾਰੇ ਸਾਨੂੰ ਗਿਆਨ ਆ ਜੇ, ਉਹਦੇ ਬਾਰੇ ਸਾਨੂੰ ਸਮਝ ਆ ਜੇ। ਸਮਝ ਆਉਣੀ ਆ ਤੇ ਪਰਮੇਸ਼ਰ ਦਾ ਵਚਨ ਆ। ਇਸ ਲਈ ਲਿਖਿਆ ਸਾਨੂੰ ਕਿਵੇਂ ਪਤਾ ਲੱਗਦਾ ਆ ਕਿ ਬਾਈਬਲ परमेश्वर का वचन है। ये परमेश्वर ने साडे ते प्रगट करके दिता है। परमेश्वर ने सानू खोल के दिता है। इसलिए साडियां अखां अन्नियां सी और अन्नियां अखां वाले नू कुछ भी परमेश्वर के बारे ज्ञान नहीं होना। ये तो परमेश्वर की कृपा है, उसकी दया है। इसलिए इसराइल के बारे प्रभु ने लिख के दिता। इसराइलियां नू प्रभु प्यार करता है। इसराइलियां नू उन्हां दी हर जरूरत पूरी करता है, लेकिन वो जरूरतां दे उत्ते ज्यादा ध्यान देंदे ही, दुनिया दीयां चीजां ते ज्यादा ध्यान देंदे ही। परमेश्वर दी व्यवस्था ते परमेश्वर दे वचनां ते ध्यान ही नहीं देंदे। उन्हें अपने नबियां नू दासां नू बार बार घल्लिया, पर ये जो इसराइली लोग है परमेश्वर के वचन को समझते नहीं। फिर लिखा कि परमेश्वर ने उन्होंने अखां ही अन्नियां कर दी। कहता कि तुसी वेखदे होए भी नहीं वेखोगे, इसलिए सुनते हुए भी समझोगे नहीं। हुण असीं बहुत देर दे वचन सीखते होवांगे। सानू बड़ी देर हो गई होगी, 15 साल 10 साल 20 साल उम्र लंघ गई होगी वचन सुनदियां, लेकिन इहदी समझ क्यों नहीं लगी? परमेश्वर दा वचन असीं सुन सुन के ते परमेश्वर दे वर्गे बनना है। परमेश्वर वर्गा साडा सुभाव बनना है।
ਪਰਮੇਸ਼ਰ ਵਰਗਾ ਅਸੀਂ ਅੱਗੇ ਵਧਣਾ ਹੈ। ਜਿਵੇਂ ਪਰਮੇਸ਼ਰ ਚੱਲਦਾ ਉਵੇਂ ਚੱਲਣਾ ਹੈ। ਜਿਵੇਂ ਪਾਪ ਦਾ ਪਰਮੇਸ਼ਰ ਦੇ ਉੱਤੇ ਕੋਈ ਅਸਰ ਨਹੀਂ ਆ, ਉਵੇਂ ਸਾਡੇ ਉੱਤੇ ਵੀ ਕੋਈ ਅਸਰ ਨਹੀਂ ਹੋਣਾ। ਸ਼ੈਤਾਨ ਦੀਆਂ ਸ਼ਕਤੀਆਂ ਦਾ ਕੋਈ ਅਸਰ ਨਹੀਂ ਹੋਣਾ, ਕੋਈ ਪ੍ਰਭਾਵ ਨਹੀਂ ਹੋਣਾ। ਇਹ ਸਾਰਾ ਕੁਝ ਹੋਣਾ ਤੇ ਸਾਨੂੰ ਪਰਮੇਸ਼ਰ ਦੇ ਵਚਨ ਨੂੰ ਜਿਹੜਾ ਸੁਣਿਆ ਆ, ਉਸ ਵਚਨ ਦੀ ਸਮਝ ਲੱਗਣੀ ਆ। ਸਮਝ ਲੱਗਣੀ ਆ ਤੇ ਪਰਮੇਸ਼ਰ ਨੇ ਸਾਨੂੰ ਖੋਲ ਕੇ ਦੇਣਾ ਹੈ। ਇਸ ਲਈ ਦੂਸਰਾ ਗ੍ਰੰਥੀਆ 4 ਦੇ ਉਹਦਾ 4 ਵਚਨ ਪੜ੍ਹੋ। ਦੂਸਰਾ ਗ੍ਰੰਥੀਆ 4 ਦੇ 4 ਵਚਨ। ਜਿਨ੍ਹਾਂ ਵਿੱਚ ਇਸ ਯੁੱਗ ਦੇ ਈਸ਼ਵਰ ਨੇ ਬੇਪਰਤੀਤਿਆਂ ਦੀਆਂ ਬੁੱਧਾਂ ਅੰਨੀਆਂ ਕਰ ਦਿੱਤੀਆਂ, ਮਤੇ ਮਸੀਹ ਜੋ ਪਰਮੇਸ਼ਰ ਦਾ ਸਰੂਪ ਹੈ, ਉਹਦੇ ਤੇਜ ਦੀ ਖੁਸ਼ਖਬਰੀ ਦਾ ਚਾਨਣ ਉਹਨਾਂ ਉੱਤੇ ਪ੍ਰਕਾਸ਼ ਨਾ ਹੋਵੇ। ਇੱਥੇ ਲਿਖਿਆ ਹੋਇਆ ਸਾਰੇ ਸੰਸਾਰ ਦੀਆਂ ਸਰੀਰਕ ਅੱਖਾਂ ਨਹੀਂ, ਆਤਮਿਕ ਅੱਖਾਂ ਪਰਮੇਸ਼ਰ ਨੇ ਅੰਨੀਆਂ ਕਰ ਦਿੱਤੀਆਂ। ਸ਼ੈਤਾਨ ਨੇ ਅੰਨੀਆਂ ਕਰ ਦਿੱਤੀਆਂ। ਸ਼ੈਤਾਨ ਨੇ ਅੰਨੀਆਂ ਕਰਕੇ ਤੇ ਅੱਜ ਸਾਰੀ ਦੁਨੀਆ ਜਿਹੜੀ ਭਟਕਦੀ ਫਿਰਦੀ ਹੈ, ਸਾਰੀ ਦੁਨੀਆ ਪਰਮੇਸ਼ਰ ਨੂੰ ਲੱਭਦੀ ਫਿਰਦੀ ਆ। ਪਰਮੇਸ਼ਰ ਕਿਤੇ ਗਵਾਚਾ ਨਹੀਂ ਆ, ਪਰਮੇਸ਼ਰ ਸਾਹਮਣੇ ਹੀ ਆ। ਪਰ ਪਰਮੇਸ਼ਰ ਜਿੰਨੀ ਦੇਰ ਪ੍ਰਗਟ ਨਾ ਕਰਕੇ ਦਿੱਤਾ ਕਿ ਮੈਂ ਹੀ ਤੇਰਾ ਪਰਮੇਸ਼ਰ ਆ, ਮੈਂ ਹੀ ਤੇਰਾ ਬਣਾਉਣ ਵਾਲਾ ਆ, ਤੇ ਓਨੀ ਦੇਰ ਉਹ ਕਦੀ ਸਮਝ ਨਹੀਂ ਸਕਦੇ। ਹੁਣ ਇਧਰੋਂ ਅਸੀਂ ਪ੍ਰਭੂ ਦੇ ਵਚਨਾਂ ਦੇ ਵਿੱਚੋਂ ਇੱਕ ਗੱਲ ਤੇ ਧਿਆਨ ਦੇ ਰਹੇ ਹਾਂ ਕਿ ਸਾਨੂੰ ਕਿਵੇਂ ਪਤਾ ਲੱਗਦਾ ਆ ਕਿ ਦੁਨੀਆ ਦੇ ਵਿੱਚ ਇੱਕ ਬਾਈਬਲ ਜਿਹੜੀ ਉਹ ਪਰਮੇਸ਼ਰ ਦਾ ਵਚਨ ਆ। ਤਾਂ ਆਈਏ ਅਸੀਂ ਪ੍ਰਭੂ ਦੇ ਵਚਨਾਂ ਦੇ ਵਿੱਚੋਂ ਪੜ੍ਹ ਲਾਂਗੇ। ਯਹੋਨਾ ਅਬਰਾਨੀਆਂ ਦੀ ਕਿਤਾਬ 4 ਦੇ 12 ਵਚਨ ਪੜਾਂਗੇ। ਅਬਰਾਨੀਆਂ ਦੀ ਕਿਤਾਬ 4 ਦੇ 12 ਵਚਨ। ਕਿਉਂ ਜੋ ਪਰਮੇਸ਼ਰ ਦਾ ਵਚਨ ਜਿਉਂਦਾ। ਇੱਥੇ ਲਿਖਿਆ ਹੈ ਪਰਮੇਸ਼ਰ ਦਾ ਵਚਨ ਆ। ਇਹ ਪਵਿੱਤਰ ਬਾਈਬਲ ਪਰਮੇਸ਼ਰ ਦਾ ਵਚਨ ਆ। ਸਾਨੂੰ ਕਦੋਂ ਪਤਾ ਲੱਗੂਗਾ? ਜਦੋਂ ਸਾਡੀਆਂ ਅੱਖਾਂ ਖੁੱਲ ਗਈਆਂ। ਨਹੀਂ ਤੇ ਅਸੀਂ ਬਾਈਬਲ ਨੂੰ ਇੱਕ ਕਿਤਾਬ ਸਮਝਾਂਗੇ ਜਾਂ ਫਿਰ ਇਹਨੂੰ ਕੋਈ ਗ੍ਰੰਥ ਸਮਝਾਂਗੇ। ਇਹ ਪਰਮੇਸ਼ਰ ਦਾ ਵਚਨ ਆ, ਪਰਮੇਸ਼ਰ ਦੇ ਮੂੰਹ ਚੋਂ ਨਿਕਲਿਆ ਆਇਆ ਵਚਨ ਹੈ। ਇਸ ਲਈ ਸਾਨੂੰ ਵਚਨਾਂ ਦੇ ਵਿੱਚੋਂ ਪੜ੍ਹਦੇ ਸਮੇਂ, ਸਿੱਖਦੇ ਸਮੇਂ, ਸੁਣਦੇ ਸਮੇਂ ਪਤਾ ਲੱਗਦਾ ਆ ਕਿ ਬਾਈਬਲ ਹੀ ਪਰਮੇਸ਼ਰ ਦਾ ਵਚਨ ਆ। ਹੁਣ ਇੱਧਰ ਲਿਖਿਆ ਪਰਮੇਸ਼ਰ ਦਾ ਵਚਨ, ਠੀਕ ਹੈ। ਇਸ ਲਈ ਦੂਸਰਾ ਗ੍ਰੰਥੀਆ 6 ਹੈ ਤੇ ਉਹਦਾ 18 ਵਚਨ ਹੈ। ਦੂਸਰਾ ਗ੍ਰੰਥੀਆ 6 ਹੈ ਤੇ ਉਹਦਾ 18 ਵਚਨ। 6 ਦਾ 18। ਔਰ ਤੁਹਾਡਾ ਪਿਤਾ ਹੋਵੇਗਾ ਅਤੇ ਤੁਸੀਂ ਮੇਰੇ ਪੁੱਤਰ ਧੀਆਂ ਹੋਵੋਗੇ। ਇਹ ਲਿਖਿਆ ਕਿ ਮੈਂ ਤੁਹਾਡਾ ਪਿਤਾ ਹੋਵਾਂਗਾ ਤੇ ਤੁਸੀਂ ਮੇਰੇ ਪੁੱਤਰ ਧੀਆਂ ਹੋਵੋਗੇ। ਇਹ ਵਚਨ ਸਰਵ ਸ਼ਕਤੀਮਾਨ ਪ੍ਰਭੂ ਦਾ ਹੈ। ਇਹ ਵਚਨ ਸਰਵ ਸ਼ਕਤੀਮਾਨ ਪ੍ਰਭੂ ਦਾ ਹੈ। ਬਾਈਬਲ ਪਰਮੇਸ਼ਰ ਦਾ ਵਚਨ ਆ। ਇਹ ਵਚਨ ਸਰਵ ਸ਼ਕਤੀਮਾਨ ਪ੍ਰਭੂ ਦਾ ਹੈ। ਹੁਣ ਇਧਰੋਂ ਸਾਨੂੰ ਪ੍ਰਭੂ ਦੇ ਵਚਨਾਂ ਦੇ ਵਿੱਚੋਂ ਸਬੂਤ ਮਿਲ ਰਿਹਾ ਆ ਕਿ ਬਾਈਬਲ ਪਰਮੇਸ਼ਰ ਦਾ ਵਚਨ ਹੈ। ਇਸ ਲਈ ਅਸੀਂ ਪ੍ਰਭੂ ਦੇ ਵਚਨਾਂ ਦੇ ਵਿੱਚੋਂ ਹੋਰ ਅੱਗੇ ਪੜਾਂਗੇ। ਭਵਿਸ਼ਤਾ ਸਾਰ ਦੀ ਕਿਤਾਬ 6 ਹੈ ਤੇ ਉਹਦਾ 4 ਵਚਨ ਤੋਂ ਪੜ੍ਹਦੇ ਜਾਵਾਂਗੇ। हे इस्राएल सुनो, ਤੁਹਾਡਾ ਯਹੋਵਾ ਤੁਹਾਡਾ ਪਰਮੇਸ਼ਰ ਇੱਕੋ ਹੀ ਯਹੋਵਾ ਹੈ। ਕੋਈ ਯਹੋਵਾ ਹੈ। ਤੁਸੀਂ ਯਹੋਵਾ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਮਨ। ਬਸ ਇੱਕੋ ਹੀ ਯਹੋਵਾ ਹੈ ਜਿਨੇ ਇਹ ਵਚਨ ਲਿਖ ਕੇ ਦਿੱਤਾ ਹੈ। ਇਸ ਲਈ
ਜਿਨੇ ਵਚਨ ਲਿਖ ਕੇ ਦਿੱਤਾ ਆ ਤੇ ਉਹ ਪਰਮੇਸ਼ਰ ਜਿਹੜਾ ਆ ਉਹ ਪ੍ਰਗਟ ਵੀ ਕਰਕੇ ਦਿੰਦਾ ਆ। ਇਸ ਲਈ ਕੂਚ ਦੀ ਕਿਤਾਬ 20 ਦੇ ਤੇ ਉਹਦਾ ਇੱਕ ਵਚਨ ਤੋਂ ਪੜਵਾਂਗੇ। ਕੂਚ ਦੀ ਕਿਤਾਬ 20 ਦੇ ਇੱਕ ਵਚਨ। ਫਿਰ ਪਰਮੇਸ਼ਰ ਇਹ ਸਾਰੀਆਂ ਗੱਲਾਂ ਬੋਲਿਆ ਕਿ ਹਾਂ, ਮੈਂ ਯਹੋਵਾ ਤੇਰਾ ਪਰਮੇਸ਼ਰ ਹਾਂ। ਇੱਧਰ ਲਿਖੇ ਪਰਮੇਸ਼ਰ ਦੀਆਂ ਗੱਲਾਂ ਨੇ, ਇਹ ਪਰਮੇਸ਼ਰ ਦੇ ਵਚਨ ਆ। ਬਾਈਬਲ ਪਰਮੇਸ਼ਰ ਦਾ ਵਚਨ ਆ। ਇਹ ਫਿਰ ਕਿਵੇਂ ਵਚਨ ਆ? ਆਈਏ ਅਸੀਂ ਉਤਪਤੀ ਦੀ ਕਿਤਾਬ ਤੇ ਉਹਦਾ ਇੱਕ ਅਧਿਆਇ ਤੇ ਇੱਕ ਵਚਨ ਵੀ ਪੜ ਲਾਂਗੇ। ਬਾਈਬਲ ਪਰਮੇਸ਼ਰ ਦਾ ਵਚਨ ਆ। ਆਦਿ ਵਿੱਚ ਪਰਮੇਸ਼ਰ ਨੇ ਆਕਾਸ਼ ਤੇ ਧਰਤੀ ਨੂੰ ਉਤਪਤ ਕੀਤਾ। ਇੱਥੇ ਲਿਖਿਆ ਆਦਿ ਵਿੱਚ ਪਰਮੇਸ਼ਰ ਨੇ ਆਕਾਸ਼ ਤੇ ਧਰਤੀ ਨੂੰ ਉਤਪਤ ਕੀਤਾ। ਹੁਣ ਉਹਨੇ ਕਿਵੇਂ ਉਤਪਤ ਕੀਤਾ? ਯਹੋਨਾ ਦੀ ਇੰਜੀਲ ਉਹਦਾ ਇੱਕ ਅਧਿਆਇ ਤੇ ਉਹਦਾ ਇੱਕ ਵਚਨ ਪੜ ਲਾਂਗੇ। ਬਾਈਬਲ ਪਰਮੇਸ਼ਰ ਦਾ ਵਚਨ ਕਿਵੇਂ ਆ? ਅਸੀਂ ਪ੍ਰਭੂ ਦੇ ਵਚਨਾਂ ਦੇ ਵਿੱਚੋਂ ਸਿੱਖਦੇ ਆਉਣੇ ਆ ਕਿ ਬਾਈਬਲ ਪਰਮੇਸ਼ਰ ਦਾ ਵਚਨ ਆ। ਹਾਂ, ਆਦਿ ਵਿੱਚ ਵਚਨ ਸੀ ਔਰ ਵਚਨ ਪਰਮੇਸ਼ਰ ਦੇ ਸੰਗ ਇੱਥੇ ਸੀ। ਲਿਖਿਆ ਆਦਿ ਵਿੱਚ ਵਚਨ ਸੀ। ਪਰਮੇਸ਼ਰ ਇੱਕ ਵਚਨ ਆ ਔਰ ਆਦਿ ਵਿੱਚ ਵਚਨ ਸੀ, ਵਚਨ ਪਰਮੇਸ਼ਰ ਦੇ ਸੰਗ ਸੀ ਅਤੇ ਵਚਨ ਪਰਮੇਸ਼ਰ ਸੀ। ਵਚਨ ਪਰਮੇਸ਼ਰ ਸੀ। ਇਹੋ ਆਦਿ ਵਿੱਚ ਪਰਮੇਸ਼ਰ ਦੇ ਸੰਗ ਇਹੋ ਸੀ। ਆਦਿ ਵਿੱਚ ਪਰਮੇਸ਼ਰ ਦੇ ਸੰਗ ਸੀ। ਇੱਥੇ ਜਦੋਂ ਅਸੀਂ ਇਹ ਸ਼ਬਦ ਦੇ ਉੱਤੇ ਧਿਆਨ ਦਿੰਨੇ ਜਾਂ ਇਸ ਵਚਨ ਤੇ ਧਿਆਨ ਦਿੰਨੇ ਆ ਤੇ ਲਿਖਿਆ ਇਹ ਵਚਨ ਪਰਮੇਸ਼ਰ ਦੇ ਸੰਗ ਸੀ। ਪਰਮੇਸ਼ਰ ਦੇ ਮੂੰਹ ਚੋਂ ਵਚਨ ਨਿਕਲਿਆ ਤੇ ਆਕਾਸ਼ ਬਣ ਗਿਆ। ਪਰਮੇਸ਼ਰ ਦੇ ਮੂੰਹ ਦੇ ਵਿੱਚੋਂ ਵਚਨ ਨਿਕਲਿਆ ਤੇ ਧਰਤੀ ਬਣ ਗਈ। ਜੋ ਕੁਝ ਪਰਮੇਸ਼ਰ ਦੇ ਮੂੰਹ ਚੋਂ ਵਚਨ ਨਿਕਲਦਾ ਗਿਆ ਉਹ ਸਾਰਾ ਕੁਝ ਬਣਦਾ ਗਿਆ। ਧਿਆਨ ਦੇਣਾ, ਜੋ ਕੁਝ ਵੀ ਪਰਮੇਸ਼ਰ ਦੇ ਮੂੰਹ ਦੇ ਵਿੱਚੋਂ ਨਿਕਲਦਾ ਗਿਆ ਉਹ ਬਣਦਾ ਗਿਆ। ਆਦਿ ਵਿੱਚ ਵਚਨ ਸੀ, ਵਚਨ ਪਰਮੇਸ਼ਰ ਦੇ ਸੰਗ ਸੀ, ਵਚਨ ਹੀ ਪਰਮੇਸ਼ਰ ਸੀ। ਇਹੋ ਆਦਿ ਵਿੱਚ। ਇਸ ਲਈ ਵਚਨ ਜਦ ਪਰਮੇਸ਼ਰ ਸੀ ਤੇ ਜਦੋਂ ਵਚਨ ਪਰਮੇਸ਼ਰ ਦੇ ਮੂੰਹ ਚੋਂ ਨਿਕਲਦਾ ਸੀ, ਜੋ ਨਿਕਲਦਾ ਹੈ ਤੇ ਉਹ ਕੀ ਹੋ ਜਾਂਦਾ ਹੈ? ਬਣ ਜਾਂਦਾ ਹੀ। ਉਤਪਤੀ ਦੀ ਕਿਤਾਬ ਤੇ ਉਹਦਾ ਇੱਕ ਅਧਿਆਇ ਤੇ ਉਹਦਾ ਦੋ ਵਚਨ ਇੱਕ ਵਾਰ ਪੜਾਂਗੇ। ਧਰਤੀ ਬੇਡੋਲ ਤੇ ਸੁੰਜੀ ਸੀ ਅਤੇ ਡੰਗਿਆਈਆਂ ਉੱਤੇ ਹਨੇਰਾ ਸੀ ਅਤੇ ਪਰਮੇਸ਼ਰ ਦਾ ਆਤਮਾ ਪਾਣੀਆਂ ਤੇ ਸਿਉਂਦਾ ਸੀ। ਪਰਮੇਸ਼ਰ ਨੇ ਆਖਿਆ ਚਾਨਣ ਹੋਵੇ ਤਾਂ ਚਾਨਣ ਹੋ ਗਿਆ। ਜਿਹੜਾ ਸਾਨੂੰ ਚਾਨਣ ਦਿਸਦਾ ਹੈ ਇਹ ਪਰਮੇਸ਼ਰ ਨੇ ਆਖਿਆ ਹੀ ਤੇ ਚਾਨਣ ਹੋ ਗਿਆ। ਇਸ ਲਈ ਬਾਈਬਲ ਪਰਮੇਸ਼ਰ ਦਾ ਵਚਨ ਕਿਵੇਂ ਆ? ਬਾਈਬਲ ਪਰਮੇਸ਼ਰ ਦਾ ਵਚਨ ਸਾਨੂੰ ਸਮਝ ਲੱਗਦਾ ਆ ਕਿ ਪਰਮੇਸ਼ਰ ਦੇ ਮੂੰਹ ਚੋਂ ਨਿਕਲਿਆ ਆਇਆ ਆ। ਪਰਮੇਸ਼ਰ ਦੀ ਸ਼ਕਤੀ ਆ। ਪਰਮੇਸ਼ਰ ਦੇ ਮੂੰਹ ਚੋਂ ਨਿਕਲਿਆ ਆ ਪਰਮੇਸ਼ਰ ਦਾ ਵਚਨ। ਪਰਮੇਸ਼ਰ ਦੀ ਸ਼ਕਤੀ ਆ। ਉਹ ਅੱਜ ਵੀ ਸ਼ਕਤੀ ਜਿਹੜੀ ਆ ਉਹ ਕੰਮ ਕਰਦੀ ਆ। ਇਸ ਲਈ ਇਹ ਗੱਲ ਦੀ ਸਾਨੂੰ ਸਮਝ ਲੱਗਣੀ ਬਹੁਤ ਕੀ ਆ? ਜ਼ਰੂਰੀ ਆ। ਇਸ ਲਈ ਇਹਦੀ ਸਮਝ ਨਹੀਂ ਲੱਗੀ ਤੇ ਅਸੀਂ ਬਾਈਬਲ ਨੂੰ ਪਰਮੇਸ਼ਰ ਦਾ ਵਚਨ ਕਰਕੇ ਨਹੀਂ ਮੰਨਾਂਗੇ। ਸੁਣਦੇ ਰਵਾਂਗੇ, ਪੜ੍ਹਦੇ ਵੀ ਰਵਾਂਗੇ। ਕਿੰਨੇ ਹਜ਼ਾਰਾਂ ਲੋਕ ਪੜ੍ਹਦੇ ਆ, ਕਿੰਨੇ ਹਜ਼ਾਰਾਂ ਲੋਕ ਇਹਨੂੰ ਸੁਣਦੇ ਆ, ਕਿੰਨੇ ਲੋਕਾਂ ਨੇ ਇਹ ਬਾਈਬਲ ਜਿਹੜੀ ਆ ਉਹ ਆਪਣੇ ਘਰ ਵਿੱਚ ਰੱਖੀ ਆ, ਪਰ ਉਹਨਾਂ ਨੂੰ ਇਹ ਪਤਾ ਨਹੀਂ ਆ ਕਿ ਮੇਰੇ ਘਰ ਦੇ ਵਿੱਚ ਜਿਹੜੀ ਬਾਈਬਲ ਆ ਇਹ ਹੀ ਪਰਮੇਸ਼ਰ ਦਾ ਪਵਿੱਤਰ ਵਚਨ ਆ। ਇਹ ਪਰਮੇਸ਼ਰ ਦਾ ਵਚਨ ਜਿਹੜਾ ਆ ਇਹ ਮਨੁੱਖਾਂ ਦਾ ਜੀਵਨ ਵੀ ਬਦਲ ਦਿੰਦਾ ਆ। ਇਸ ਕਰਕੇ ਪਰਮੇਸ਼ਰ ਦਾ ਵਚਨ ਆ। ਇਸ ਲਈ ਮੈਂ ਜਦੋਂ ਪ੍ਰਭੂ ਨੂੰ ਨਹੀਂ ਸੀ ਜਾਣਦਾ, ਹਰ ਤਰ੍ਹਾਂ ਦਾ ਨਸ਼ਾ ਮੇਰੇ ਜੀਵਨ ਦੇ ਵਿੱਚ ਸੀ, ਹਰ ਤਰ੍ਹਾਂ ਦੇ ਬੁਰੇ ਕੰਮ ਮੇਰੇ ਜੀਵਨ ਦੇ ਵਿੱਚ ਸੀ।
मैं हर तरह दे नाल रुखां दी, पंछियां दी, मनुखां दी पूजा करदा ही। क्यों करदा ही? क्योंकि मैनू पता नहीं सी कि जिहड़ा परमेश्वर दा वचन पवित्र बाइबल आ ओही सच्चाई आ, ओही परमेश्वर दा वचन आ। ना पता होने दे कारण मैं बुरी तरह नशे दे विच फसिया होया ही, अंधकार दीयां शक्तियां दा गुलाम होया ही। हर तरह दे नाल मेरे जीवन दे विच हर तरह दीयां बुरियां चीज़ां सी। लेकिन जद मैनू परमेश्वर दे वचन दे बारे सुनने मौका मिलिया, ये वचन मेरे कन्नां दे राहीं मेरे दिल दे अंदर गया और मैं हर तरह दा बरियाई करन वाला मनुख जिहड़ा ही जीवन बदलना शुरू हो गया। अज होर भलके होर जिवें जिवें वचन सुनिया परमेश्वर ने मेरा जीवन बदल दिता। मेरा जीवन कला नहीं बदलिया, मैनू परमेश्वर ने एक बुरे इंसान नू, एक बुरे व्यक्ति नू चुन के अपनी महिमा दे लई, अपनी सेवकाई दे लई मैनू अपना दास भी बना दिता। ये सारी खूबी परमेश्वर दे वचन दी आ। उन्हें मेरे पाप माफ कीते, मेरे जीवन दे विचों नशा मुक्त करा दिता, नशा खत्म कर दिता। हर तरह की बरियाई मेरे जीवन चों प्रभु के वचनां दे नाल बाहर निकल गई। परमेश्वर ने अज मैनू ये परमेश्वर की सच्चाई जिहड़ी आ वो सबना नू दस्सण लई मौका दे दिता है। तो इसलिए मैं परमेश्वर का वचन जिहड़ा आ, पवित्र बाइबल जिहड़ी आ, वो अज खोल के प्रभु जिन्ना खोल के दे रहा, सिखा रहा आ जां बोल रहा आ। क्यों बोल रहा आ? मैं तनख्वाह नहीं लै रहा, मैं दिहाड़ी ते नहीं आया। मैं परमेश्वर का वचन जिहड़ा आ ओनू सुनिया, उस वचन ने मेरे जीवन च काम कीता। मैनू होर किसी दे बारे इन्ना ज्यादा ज्ञान नहीं आ, लेकिन मैनू अपने बारे ज्ञान आ। उस परमेश्वर ने मैनू मेरा जीवन बदल के मैनू अपना सेवक बना दिता। इसलिए ये परमेश्वर का वचन जिहड़ा आ ये मेरा नहीं, बहुत लखा करोड़ा अरबां लोकां दा जीवन बदल दिंदा आ। ये क्यों बदल दिंदा जीवन? क्योंकि ये परमेश्वर का वचन आ, बाइबल परमेश्वर का वचन आ। सानू पता लग गया, परमेश्वर ने खोल के दे दिता, परमेश्वर ने प्रगट करके दे दिता। हुण साडा काम आ इस वचन दे ते विश्वास करना, इस वचन के आधार ते अपना जीवन बनाना। प्रभु ने ते लिख के दे दिता आ। ये परमेश्वर का वचन जिहड़ा आ ये दो धारी तलवार नालों भी तिखा आ। लिखिया आ परमेश्वर का वचन दो धारी तलवार नालों तिखा आ। ये साडे जीव नू, ये साडी आत्मा नू, शरीर नू, प्राण नू एक तलवार की तरह विन सुटदा है। पाप जिधर भी छुप के बैठा आ ये उधरों ही पाप नू कढ के बाहर लै आउंदा आ। जदों पाप साडे शरीर, प्राण, आत्मा चों निकल जांदा आ ते उदों साडा जीवन जिहड़ा आ परमेश्वर दे सामने बदल जांदा आ। ये किवें बदल गया? बाइबल ही परमेश्वर का वचन आ। इसलिए बाइबल साडे जीवनां दी जिंदा गवाही आ। ये बाइबल परमेश्वर का वचन जिहड़ा आ ये साडे जीवनां दी जिंदा गवाही आ। असीं पहला कौन सी, असीं पहला की काम करदे ही, साडी हालत की ही, ये परमेश्वर का वचन जदों साडे जीवन दे विच आ गया, साडे जीवन दे विच आत्मिक चानण आ गया। साडे जीवन दे विच ये चानण जदों चमकिया आ ये साडा जीवन जिहड़ा हुण बदल गया।
ਇਸ ਲਈ ਅਸੀਂ ਪ੍ਰਭੂ ਦੇ ਵਚਨਾਂ ਦੇ ਵਿੱਚੋਂ ਜਦ ਧਿਆਨ ਕਰਦੇ ਆ, ਪੜ੍ਹਦੇ ਆ, ਤੇ ਇੱਕ ਭੈਣ ਦਾ ਨਾਮ ਮਰੀਅਮ ਸੀ। ਉਹ ਪ੍ਰਭੂ ਮਨੁੱਖ ਬਣ ਕੇ, ਜਿਹੜਾ ਪਰਮੇਸ਼ਰ ਦਾ ਵਚਨ ਸੀ, ਜਿਹੜਾ ਦੇਹ ਧਾਰੀ ਹੋ ਕੇ ਆਇਆ, ਉਹ ਮਨੁੱਖ ਬਣ ਕੇ ਆਪਣੇ ਚੇਲਿਆਂ ਦੇ ਨਾਲ ਇਸ ਧਰਤੀ ਦੇ ਉੱਤੇ ਜਗ੍ਹਾ ਜਗ੍ਹਾ ਸੇਵਾ ਕਰਦਾ ਤੁਰਿਆ ਫਿਰਦਾ ਸੀ। ਤੇ ਉਹਦੇ ਸਾਹਮਣੇ ਭੈਣ ਆ ਗਈ। ਜਦ ਭੈਣ ਸਾਹਮਣੇ ਆਈ, ਉਹਦੇ ਜੀਵਨ ਦੇ ਵਿੱਚ ਬਹੁਤ ਵਚਨ 'ਚ ਲਿਖਿਆ ਬਰਿਆਈ ਸੀ। ਉਹਦੇ ਸਾਹਮਣੇ ਆਣ ਕੇ ਖੜੀ ਹੋ ਗਈ। ਉਹ ਪਾਪ ਜਦ ਪ੍ਰਭੂ ਦੇ ਸਾਹਮਣੇ ਆਇਆ, ਉਹਦੇ ਵਚਨ ਦੇ ਸਾਹਮਣੇ ਆਇਆ, ਤੇ ਪਾਪ ਉਹਦੇ ਸਰੀਰ ਪ੍ਰਾਣ ਆਤਮਾ ਦੇ ਵਿੱਚੋਂ ਨਿਕਲ ਗਿਆ। ਜਦ ਪਾਪ ਨਿਕਲ ਗਿਆ, ਜਿਹੜੀ ਪਰਮੇਸ਼ਰ ਦੇ ਨਾਲ ਦੁਸ਼ਮਣੀ ਕਰਦੀ ਸੀ, ਜਿਹੜੀ ਭੈਣ ਪਰਮੇਸ਼ਰ ਦੇ ਨਾਲ ਨਹੀਂ ਚੱਲਣਾ ਚਾਹੁੰਦੀ, ਉਧਰ ਲਿਖਿਆ ਉਹਨੇ ਰੋ ਰੋ ਕੇ ਹੰਝੂਆਂ ਦੇ ਨਾਲ ਉਸ ਪ੍ਰਭੂ ਦੇ ਪੈਰ ਧੋ ਦਿੱਤੇ। ਔਰ ਉਹਦੇ ਕੋਲ ਜੋ ਆਪ ਅਤਰ ਇਸਤੇਮਾਲ ਕਰਦੀ ਸੀ, ਉਹ ਅਤਰ ਪ੍ਰਭੂ ਦੇ ਸਿਰ ਦੇ ਵਿੱਚ ਪਾ ਦਿੱਤਾ। ਔਰ ਉਹਦੇ ਪਾਪ ਮਾਫ ਹੋ ਗਏ, ਉਹਦਾ ਜੀਵਨ ਬਦਲ ਗਿਆ। ਇੱਕ ਸੰਗਤੀ ਦੇ ਨਾਲ ਉਹਦਾ ਜੀਵਨ ਪਰਿਵਰਤਨ ਹੋ ਗਿਆ, ਉਹਦਾ ਜੀਵਨ ਬਦਲ ਗਿਆ। ਜਦ ਉਹਦਾ ਜੀਵਨ ਬਦਲ ਗਿਆ, ਉਹਨੇ ਫੈਸਲਾ ਕਰ ਲਿਆ ਕਿ ਹੁਣ ਮੇਰਾ ਸ੍ਰਿਸ਼ਟੀ ਕਰਤਾ ਆ, ਇਹ ਹੁਣ ਮੇਰਾ ਪ੍ਰਭੂ ਆ, ਇਹ ਹੁਣ ਮੇਰਾ ਬਣਾਉਣ ਵਾਲਾ ਸਰਵ ਸ਼ਕਤੀਮਾਨ ਪ੍ਰਭੂ ਆ। ਉਹਨੇ ਫੈਸਲਾ ਕਰ ਲਿਆ। ਫਿਰ ਉਹਦੇ ਨਾਲ ਨਾਲ ਵਚਨ ਸਿੱਖਦੀ ਰਹੀ। ਇੰਨਾ ਹੀ ਕਾਫੀ ਨਹੀਂ, ਇਹ ਬਾਈਬਲ ਪਰਮੇਸ਼ਰ ਦਾ ਵਚਨ ਕਿਵੇਂ ਆ? ਇੱਕ ਜੱਕੀ ਸਰਦਾਰ, ਚੁੰਗੀ ਲੈਣ ਵਾਲਾ ਸਰਦਾਰ, ਗੁੱਲਰ ਦੇ ਦਰਖਤ ਦੇ ਉੱਤੇ ਚੜ ਕੇ ਪ੍ਰਭੂ ਯਿਸੂ ਦਾ ਦਰਸ਼ਨ ਕਰਨਾ ਚਾਹੁੰਦਾ ਸੀ। ਉਹ ਪਰਮੇਸ਼ਰ ਜਿਹਨੇ ਆਕਾਸ਼ ਨੂੰ ਬਣਾਇਆ, ਜਿਹਨੇ ਧਰਤੀ ਨੂੰ ਬਣਾਇਆ, ਜਿਹਨੇ ਜੱਕੀ ਦਾ ਸਰੀਰ ਪ੍ਰਾਣ ਆਤਮਾ ਰਚਿਆ, ਉਹ ਗੁੱਲਰ ਦੇ ਦਰਖਤ ਥੱਲੇ ਆਣ ਕੇ ਜਦੋਂ ਖੜਾ ਹੋਇਆ, ਤੇ ਉਹਨੇ ਉਧਰ ਆਣ ਕੇ ਜੱਕੀ ਦਾ ਨਾਂ ਲੈ ਕੇ ਉਹਨੂੰ ਆਵਾਜ਼ ਮਾਰੀ। ਕੀ ਕਹਿਣ ਡਿਆ? ਕਹਿੰਦਾ, ਜੱਕੀ ਰੁੱਖ ਤੋਂ ਥੱਲੇ ਉਤਰ ਕੇ ਆ ਜਾ, ਮੈਂ ਅੱਜ ਤੇਰੇ ਘਰ ਟਿਕੂੰਗਾ। ਜਦ ਪ੍ਰਭੂ ਯਿਸੂ ਸਾਰੀ ਭੀੜ ਦੇ ਨਾਲ, ਚੇਲਿਆਂ ਦੇ ਨਾਲ ਜੱਕੀ ਦੇ ਘਰ ਪਹੁੰਚ ਗਿਆ। ਜੱਕੀ ਦੇ ਘਰ ਜਾ ਕੇ ਜਦੋਂ ਬੈਠ ਗਿਆ, ਜੱਕੀ ਨੇ ਆਪਣਾ ਮਾਲ ਜਿਹੜਾ ਲੋਕਾਂ ਤੋਂ ਠੱਗੀਆਂ ਮਾਰ-ਮਾਰ ਕੇ ਇਕੱਠਾ ਕੀਤਾ ਸੀ, ਜਿਹੜਾ ਲੋਕਾਂ ਨੂੰ ਲੁੱਟਿਆ ਸੀ, ਉਹ ਆਪੇ ਹੀ ਕੱਢ ਕੇ ਪ੍ਰਭੂ ਦੇ ਸਾਹਮਣੇ ਕਹਿੰਦਾ, ਅੱਜ ਹੁਣ ਮੈਂ ਆਪਣਾ ਅੱਧਾ ਮਾਲ ਗਰੀਬਾਂ ਨੂੰ ਵੰਡ ਦੇਣਾ ਆ। ਜੇ ਕਿਸੇ ਦੇ ਨਾਲ ਮੈਂ ਠੱਗੀ ਮਾਰੀ ਆ, ਉਹਦੇ ਤੋਂ ਇੱਕ ਲਿਆ ਆ, ਤੇ ਉਹਦੇ ਵੰਡੇ 4 ਵਾਪਸ ਮੋੜ ਦੇਣਾ ਆ। ਮੇਰੇ ਪਿਆਰਿਓ, ਪ੍ਰਭੂ ਬੋਲਦਾ, ਅੱਜ ਇਸ ਘਰ ਦੇ ਵਿੱਚ ਮੁਕਤੀ ਆਈ ਆ, ਅੱਜ ਇਸ ਘਰ ਦੇ ਵਿੱਚ ਮੁਕਤੀ ਆਈ ਆ, ਅੱਜ ਇਹਦੇ ਜੀਵਨ ਦਾ ਉਧਾਰ ਹੋ ਗਿਆ ਆ। ਇਸ ਲਈ ਮੇਰੇ ਪਿਆਰਿਓ, ਉਹ ਜੱਕੀ ਦਾ ਜੀਵਨ ਪ੍ਰਭੂ ਯਿਸੂ ਦੇ ਨਾਲ ਸੰਗਤੀ ਕਰਨ ਦੇ ਨਾਲ ਬਦਲ ਗਿਆ। ਇਸ ਲਈ ਉਹ ਇਕੱਲਾ ਕਾਫੀ ਨਹੀਂ ਆ। ਬਾਈਬਲ ਦੇ ਵਿੱਚ, ਪਵਿੱਤਰ ਵਚਨ ਦੇ ਵਿੱਚ ਹਜ਼ਾਰਾਂ ਐਸੇ ਜੀਵਨ ਆ ਜਿਨ੍ਹਾਂ ਨੇ ਪ੍ਰਭੂ ਦੇ ਨਾਲ ਸੰਗਤੀ ਕੀਤੀ ਤੇ ਉਹਨਾਂ ਦਾ ਜੀਵਨ ਬਦਲ ਗਿਆ। ਉਹਨਾਂ ਦੇ ਵਿੱਚੋਂ ਇੱਕ ਮਵੀ ਜਦ ਪ੍ਰਭੂ ਯਿਸੂ ਦੇ ਨਾਲ ਸੰਗਤੀ ਕੀਤੀ ਤੇ ਪ੍ਰਭੂ ਦਾ ਵਚਨ ਮੇਰੇ ਜੀਵਨ ਚ ਆਇਆ,